ਜਿਹੜੀ ਇਹ ਮੀਟਿੰਗ ਹੋ ਰਹੀ ਹੈ ਨਾ, ਇਹਨੂੰ ਨਿਰਾ ਸਿਆਸੀ ਰੰਗ ਨਾ ਦੇਈਏ ਆਪਾਂ। ਇਹਦੇ ਵਿੱਚ ਬੁੱਧੀਜੀਵੀ ਬੈਠੇ ਨੇ, ਵਕੀਲ ਬੈਠੇ ਨੇ, ਹੋ ਸਕਦਾ ਉਹਨਾਂ ਨੂੰ ਕਿਸੇ ਵਕੀਲ ਦੇ ਰਾਹੀਂ ਇਨਵਾਈਟ ਕੀਤਾ ਗਿਆ ਹੋਵੇ। ਇੱਕ ਕਿਸਾਨ ਲੀਡਰ ਹੋਣ ਦੇ, ਕਿਸਾਨ ਚਿਹਰਾ ਹੋਣ ਦੇ ਨਾਤੇ ਉਹਨਾਂ ਨੂੰ ਚੱਕ ਕੇ ਮਤਲਬ ਅਗਲਿਆਂ ਨੇ ਪ੍ਰਧਾਨਗੀ ਕਰਾਤੀ ਹੋਵੇ। ਉਹ ਇਸ ਗੱਲ ਨੂੰ ਸਾਰੀ ਨੂੰ ਮਤਲਬ ਉਹਦੀ ਸਮਝ ਤੋਂ ਬਾਹਰ ਹੋ ਗਈ ਹੋਵੇ ਗੱਲ। ਬਹੁਤ ਵਾਰੀ ਇਹ ਕੁਝ ਹੋ ਜਾਂਦਾ ਹੈ। ਕੋਈ ਮਜਬੂਰੀ ਹੈ ਜਿਹੜੀ ਕਦੇ ਤਾਂ ਸਰਕਾਰ ਦਾ ਮਨ ਕਰਦਾ ਹੈ ਵੀ ਕਿਸਾਨਾਂ ਦੇ ਮਸਲੇ ਦਾ ਹੱਲ ਕਰ ਦੇਣਾ ਚਾਹੀਦਾ ਹੈ, ਕਦੇ ਫਿਰ ਉਹ ਕੋਈ ਦਬਾਅ ਹੈ ਜਿਹੜਾ ਇਹਨਾਂ ਤੇ ਪੈ ਜਾਂਦਾ, ਜਿਹੜਾ ਫਿਰ ਇਹਨਾਂ ਦਾ ਗੱਲ ਫੜ ਲੈਂਦਾ ਹੈ ਕਿ ਤੁਸੀਂ ਨਹੀਂ ਗਲਤ ਕਰਤਾ, ਤੁਸੀਂ ਐਂ ਕਰੋ, ਉਹ ਕਰਵਾ ਰਿਹਾ ਹੈ। तो मैं समझदा कि सरकार ਨੂੰ ਅਜੇ ਦਬਾਅ ਚੱਕ ਦੇਣੇ ਚਾਹੀਦੇ ਆ। ਕਿਸਾਨ ਆ, ਦੇਸ਼ ਦਾ ਕਿਸਾਨ ਹੈ, ਦੇਸ਼ ਦੇ ਕਿਸਾਨ ਦੀ ਮਦਦ ਕਰਨੀ ਚਾਹੀਦੀ ਹੈ। ਜਦੋਂ ਅਜਿਹੀਆਂ ਕਾਰਵਾਈਆਂ ਸਰਕਾਰ ਕਰਦੀ ਹੈ ਨਾ, ਜਿਵੇਂ ਤੁਸੀਂ ਪਹਿਲਾਂ ਗੱਲ ਦੱਸਿਆ, ਪਹਿਲਾਂ ਕਦੇ ਅੱਤਵਾਦੀ ਵੀ ਕਿਹਾ, ਕਦੇ ਮਾਓਵਾਦੀ ਵੀ ਕਿਹਾ, ਕਦੇ ਟੁਕੜਾ ਗੈਂਗ ਵੀ ਕਿਹਾ, ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸਰਕਾਰ ਨੇ। ਪਤਾ ਨਹੀਂ ਇਹੋ ਜਿਹੇ ਸ਼ਬਦ ਕਿੱਥੋਂ ਲੈ ਕੇ ਆਉਂਦੀ ਹੈ ਸਰਕਾਰ। रोजाना स्पोक्समैन टीवी देख रहे सारे दर्शकों का स्वागत है। मौसम बहुत सर्द है, लेकिन किसानी अंदोलन की गल करते हैं तो जो मोड़ देखने को मिलते हैं तो माहौल गरमा जाता है। एक नवा मोड़ गुरनाम सिंह चड़ूनी नाल जुड़िया होया है, जो मीटिंग करते हैं सियासतदानां नाल। साडे नाल सरदार जगजीत सिंह डल्लेवाल जी ने। डल्लेवाल जी, कोई नाराज़गी रह गई है या कोई सहमति नहीं बनी सी जो सियासतदानां नाल बैठकां हो रही ने हुण? नहीं, मैनूं लगदा नाराज़गी वाली कोई गल नहीं है। इस अंदोलन नूं मतलब छड्ड के कोई पासे नहीं हो सकदा। ਪੁੱਛਾਂਗੇ, ਸਾਡਾ ਉਹ ਸਾਥੀ ਹੈ, ਸਾਡਾ ਉਹ ਸੰਯੁਕਤ ਕਿਸਾਨ ਮੋਰਚੇ ਦਾ ਮੈਂਬਰ ਹੈ, ਬੈਠ ਕੇ ਵਿਚਾਰ ਕਰਾਂਗੇ ਵੀ ਇਹ ਕੀ ਕਾਰਨ ਹੈ। ਉਹ ਜਿਹੜੀ ਇਹ ਮੀਟਿੰਗ ਹੋ ਰਹੀ ਹੈ ਨਾ, ਇਹਨੂੰ ਨਿਰਾ ਸਿਆਸੀ ਰੰਗ ਨਾ ਦੇਈਏ ਆਪਾਂ। ਇਹਦੇ ਵਿੱਚ ਬੁੱਧੀਜੀਵੀ ਬੈਠੇ ਨੇ, ਵਕੀਲ ਬੈਠੇ ਨੇ, ਹੋ ਸਕਦਾ ਉਹਨਾਂ ਨੂੰ ਕਿਸੇ ਵਕੀਲ ਦੇ ਰਾਹੀਂ ਇਨਵਾਈਟ ਕੀਤਾ ਗਿਆ ਹੋਵੇ। ਇੱਕ ਕਿਸਾਨ ਲੀਡਰ ਹੋਣ ਦੇ, ਕਿਸਾਨ ਚਿਹਰਾ ਹੋਣ ਦੇ ਨਾਤੇ ਉਹਨਾਂ ਨੂੰ ਚੱਕ ਕੇ ਮਤਲਬ ਅਗਲਿਆਂ ਨੇ ਪ੍ਰਧਾਨਗੀ ਕਰਾਤੀ ਹੋਵੇ। ਉਹ ਇਸ ਗੱਲ ਨੂੰ ਸਾਰੀ ਨੂੰ ਮਤਲਬ ਉਹਦੀ ਸਮਝ ਤੋਂ ਬਾਹਰ ਹੋ ਗਈ ਹੋਵੇ ਗੱਲ। ਬਹੁਤ ਵਾਰੀ ਇਹ ਕੁਝ ਹੋ ਜਾਂਦਾ ਹੈ। ਗੁਰਨਾਮ ਸਿੰਘ ਚੜੂਨੀ ਕਿਉਂ ਫਿਰ? ਯਾਰ ਉਹ ਇੱਕ ਲੀਡਰ ਹੈ ਨਾ, ਮਤਲਬ ਤੇ ਇਹ ਆ ਵੀ ਜਿਹਦੇ ਨਾਲ ਕੋਈ ਸੰਪਰਕ 'ਚ ਆ ਗਿਆ ਉਹਦੇ ਨਾਲ ਤਾਲਮੇਲ ਕਰ ਲਿਆ, ਉਹਨਾਂ ਨੇ ਸੱਦ ਲਿਆ ਉਹਨੂੰ, ਤਾਂ ਇਹ ਪਤਾ ਲੱਗੂਗਾ ਨਾ। ਅਸੀਂ ਮੀਟਿੰਗ ਦੇ ਵਿੱਚ ਵਿਚਾਰ ਕਰਾਂਗੇ, ਪੁੱਛਾਂਗੇ ਵੀ ਕੀ ਕਾਰਨ ਬਣਿਆ, ਤੁਸੀਂ ਕਿਉਂ ਚਲੇ ਗਏ ਹੋ। ਸੰਸਦ ਨੂੰ ਲੈ ਕੇ ਫਿਰ ਕੀ ਵਿਚਾਰਧਾਰਾ ਇਸ ਵਕਤ, ਜਾਂ ਤੁਹਾਡਾ ਕੀ ਕਹਿਣਾ ਆ? ਹਾਂ, ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਅਜਿਹੀ ਕਿਸੇ ਸੰਸਦ ਦੇ ਨਾਲ ਕੋਈ ਤਾਲੁਕ ਨਹੀਂ ਹੈ। ਸਾਡਾ ਨਾ ਅਸੀਂ ਅਜਿਹੀ ਕਿਸੇ ਸੰਸਥਾ 'ਚ ਵਿਸ਼ਵਾਸ ਰੱਖਦੇ ਹਾਂ। ਸਾਡਾ ਮੋਰਚਾ ਚੱਲ ਰਿਹਾ ਹੈ, ਪੋਲੀਟੀਕਲ ਲੋਕਾਂ ਦੇ ਨਾਲ ਸਾਡਾ ਕੋਈ ਨਾਤਾ ਨਹੀਂ, ਔਰ ਨਾ ਹੀ ਨਾਤਾ ਰੱਖਣ ਵਾਸਤੇ ਸਾਡਾ ਕੋਈ ਪ੍ਰੋਗਰਾਮ ਬਣਦਾ, ਨਾ ਕੋਈ ਬਣਨਾ ਹੈ। ਔਰ ਇਹਨੂੰ ਪੂਰੀ ਤਰ੍ਹਾਂ ਅਸੀਂ ਨਾਨ ਪੋਲੀਟੀਕਲ ਬਣਾ ਲੈ ਕੇ ਚੱਲ ਰਹੇ ਹਾਂ, ਔਰ ਨਾਨ ਪੋਲੀਟੀਕਲ ਹੀ ਚੱਲੇਗਾ। ਅੱਛਾ, 19 ਤੋਂ ਕੋਈ ਉਮੀਦ ਹੈ? ਕਿਉਂਕਿ ਜੋ ਬਿਆਨ ਆ ਰਹੇ ਨੇ, ਹਜੇ ਵੀ ਆ ਰਹੇ ਨੇ ਕਿ ਰੱਦ ਨਹੀਂ ਹੋਣਗੇ, ਜਾਂ ਅਸੀਂ ਸਰਕਾਰ ਆਪਦੇ ਸਟੈਂਡ ਤੇ ਹੈ, ਫਾਇਦੇ ਲਈ ਨੇ ਕਾਨੂੰਨ। ਹਜੇ ਦੇਖੋ, ਜੇ ਫਾਇਦੇ ਲਈ ਨੇ ਤੇ ਸੋਧਾਂ ਦੀ ਗੱਲ ਕਰਨ ਦਾ ਕੀ ਤੁਕ ਬਣਦੀ ਹੈ? ਉਹ ਕਿੱਥੋਂ ਨਿਕਲ ਆਉਂਦੀਆਂ ਵੀ ਸੋਧਾਂ ਕਰਵਾ ਲਓ? ਤਾਂ ਮੈਨੂੰ ਨਹੀਂ ਲੱਗਦਾਗਾ ਸਰਕਾਰ ਐਵੇਂ ਮਤਲਬ ਬੇਤੁਕੇ ਬਿਆਨ ਨੇ ਇਹ। ਜਿਸ ਵੇਲੇ ਸਾਨੂੰ ਮੀਟਿੰਗ ਦਿੱਤੀ ਗਈ ਹੈ, ਔਰ ਅਸੀਂ ਉਸ ਵੇਲੇ ਕਲੀਅਰ ਕੱਟ ਇਹ ਗੱਲ ਕਹੀ ਸੀਗੀ ਮੀਟਿੰਗ ਦੇ ਵਿੱਚ ਕਿ ਸਾਨੂੰ ਮੀਟਿੰਗ ਹੁਣ ਦੁਬਾਰਾ ਤਾਂ ਦਿਓ ਜੇਕਰ ਮੀਟਿੰਗ ਦੇ ਵਿੱਚ ਕੋਈ ਸਾਡੇ ਪ੍ਰਤੀ ਕੋਈ ਫੈਸਲਾ ਲੈਣਾ ਹੈ ਤਾਂ। ਔਰ ਉਦੋਂ ਬਾਅਦ ਇਹ ਮੀਟਿੰਗ ਦਿੱਤੀ ਗਈ ਹੈ ਸਾਨੂੰ, ਇਹ ਕਹਿਣ ਤੋਂ ਬਾਅਦ। ਤੇ ਅੱਜ ਇਸ ਤਰ੍ਹਾਂ ਦੇ ਬਿਆਨ ਆ ਜਾਣਾ, ਮੈਨੂੰ ਲੱਗਦਾ ਵੀ ਸਰਕਾਰ, ਜਿਵੇਂ ਇੱਕ ਮੇਰੇ ਕੋਲ ਇੱਥੇ ਤੁਹਾਡਾ ਪੱਤਰਕਾਰ ਵੀਰ ਵੀ ਗੱਲ ਕਰ ਰਿਹਾ ਸੀਗਾ ਪੀਸੀ 'ਚ, ਵੀ ਉਹ ਸਰਕਾਰ ਕਹਿੰਦੀ ਹੈ ਵੀ ਸਾਡੀ ਕੋਈ ਮਜਬੂਰੀ ਵੀ ਹੋ ਸਕਦੀ ਹੈ। ਇਹ ਕੋਈ ਮਜਬੂਰੀ ਹੈ ਜਿਹੜੀ ਕਦੇ ਤਾਂ ਸਰਕਾਰ ਦਾ ਮਨ ਕਰਦਾ ਹੈ ਵੀ ਕਿਸਾਨਾਂ ਦੇ ਮਸਲੇ ਦਾ ਹੱਲ ਕਰ ਦੇਣਾ ਚਾਹੀਦਾ ਹੈ, ਕਦੇ ਫਿਰ ਉਹ ਕੋਈ ਦਬਾਅ ਹੈ ਜਿਹੜਾ ਇਹਨਾਂ ਤੇ ਪੈ ਜਾਂਦਾ, ਜਿਹੜਾ ਫਿਰ ਇਹਨਾਂ ਦਾ ਗੱਲ ਫੜ ਲੈਂਦਾ ਹੈ ਕਿ ਤੁਸੀਂ ਨਹੀਂ ਗਲਤ ਕਰਤਾ, ਤੁਸੀਂ ਐਂ ਕਰੋ, ਉਹ ਕਰਵਾ ਰਿਹਾ ਹੈ। ਤਾਂ ਮੈਂ ਸਮਝਦਾ ਕਿ ਸਰਕਾਰ ਨੂੰ ਅਜੇ ਦਬਾਅ ਚੱਕ ਦੇਣੇ ਚਾਹੀਦੇ ਆ। ਕਿਸਾਨ ਆ, ਦੇਸ਼ ਦਾ ਕਿਸਾਨ ਹੈ, ਦੇਸ਼ ਦੇ ਕਿਸਾਨ ਦੀ ਮਦਦ ਕਰਨੀ ਚਾਹੀਦੀ ਹੈ। ਦੇਸ਼ ਦੇ ਕਿਸਾਨ ਨੇ ਹਿੰਦੁਸਤਾਨ ਨੂੰ ਸੈਲਫ ਡਿਪੈਂਡੈਂਟ ਬਣਾਇਆ ਹੈ, ਇਹਨੂੰ ਇੰਨਾ ਮਜ਼ਬੂਤ ਕਰ ਦਿੱਤਾ ਹੈ ਕਿ ਅੱਜ ਅਸੀਂ ਸਰਪਲਸ ਅਨਾਜ ਵਾਲੇ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਗਏ ਹਾਂ। ਤੇ ਕਦੇ ਸਾਡੇ ਦੇਸ਼ ਦੇ ਕੋਲੇ ਖਾਣ ਨੂੰ ਅਨਾਜ ਨਹੀਂ ਸੀ, ਉਹ ਇਹਨਾਂ ਕਿਸਾਨਾਂ ਦੀ ਬਦੌਲਤ ਹੋਇਆ। ਔਰ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ। ਉਹ ਜਿਹੜੇ ਅਜਿਹੇ ਪ੍ਰੈਸ਼ਰਾਈਜ਼ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਪਿਛਾਂਹ ਕਰਕੇ ਆਪਦੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ। ਬਸ 26 ਦੀ ਗੱਲ ਕਰ ਲਈਏ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਨੇ ਕਿ 26 ਨੂੰ ਪਹਿਲਾਂ ਵੀ ਇੱਥੋਂ ਕੋਈ ਗੱਲਾਂ ਨਿਕਲਦੀਆਂ ਸੀ ਕਿ 26 ਨੂੰ ਲਾਲ ਕਿਲੇ ਤੇ ਝੰਡਾ ਲਹਿਰਾਵਾਂਗੇ ਕਿਸਾਨੀ ਦਾ, ਜਾਂ ਪਾਰਲੀਮੈਂਟ ਘੇਰਨੀ, ਇਹ ਗੱਲਾਂ ਹੋਈਆਂ ਸੀ। ਹੁਣ ਰਿੰਗ ਰੋਡ ਦੀ ਗੱਲ ਹੋ ਰਹੀ ਹੈ ਕਿ ਰਿੰਗ ਰੋਡ ਤੇ ਪ੍ਰਦਰਸ਼ਨ ਕੀਤਾ ਜਾਊਗਾ, ਪਰ ਮੰਗ ਰੱਖੀ ਜਾ ਰਹੀ ਹੈ ਹਜੇ। ਜੇ ਮੰਗ ਠੁਕਰਾਈ ਗਈ ਫਿਰ? ਨਹੀਂ, ਮੈਨੂੰ ਨਹੀਂ ਲੱਗਦਾਗਾ ਸਰਕਾਰ ਮੰਗ ਠਕਰਾਊਗੀ। ਪਰ ਜੇ ਫਿਰ ਵੀ ਸਰਕਾਰ ਮੰਗ ਠਕਰਾਉਂਦੀ ਹੈ ਤਾਂ ਸਾਡੀ ਪੂਰੀ ਦਾ ਪੂਰਾ ਯਤਨ ਹੈ ਕਿ ਅਸੀਂ ਇਹ ਮਾਰਚ ਜਿਹੜਾ ਹੈ ਦਿੱਲੀ ਦੇ ਵਿੱਚ ਹੀ ਕਰੀਏ। ਮੌਕੇ 'ਤੇ ਇਮੀਡੀਏਟਲੀ ਤੁਰੰਤ
ਮੀਟਿੰਗ ਸੱਦ ਕੇ ਕੋਈ ਫੈਸਲੇ ਲਏ ਜਾ ਸਕਦੇ ਨੇ ਕਿ ਇਹ ਤੋਂ ਅਗਲਾ ਫੈਸਲਾ ਫਿਰ ਅਸੀਂ ਕਿੱਧਰ ਨੂੰ ਕਿਵੇਂ ਕਰਕੇ ਕਿਵੇਂ ਅਸੀਂ ਅੰਦਰ ਐਂਟਰ ਕਰਨਾ, ਉਹ ਸਾਰੇ ਮੌਕੇ ਦੇ ਮੁਤਾਬਕ ਫੈਸਲੇ ਹੋਣਗੇ ਕਿ ਕਿਵੇਂ ਦਾ ਫੈਸਲਾ ਲਿਆ ਜਾਣਾ। ਜੋ ਬਿਆਨ ਪਹਿਲਾਂ ਆਏ ਜਾਂ ਜੋਸ਼ ਵਿੱਚ ਜੋ ਬਿਆਨ ਦਿੱਤੇ ਗਏ, ਉਹ ਤੋਂ ਭਾਜਪਾ ਆਗੂ ਦਾ ਵੀ ਕਹਿਣਾ ਸੀ ਕਿ ਹਿੰਸਕ ਹੋ ਸਕਦਾ ਜੇ ਇੱਕ ਵੀ ਟਰੈਕਟਰ ਦਿੱਲੀ 'ਚ ਐਂਟਰ ਹੁੰਦਾ ਹੈ। ਅਨੁਸ਼ਾਸਨ ਕਿਵੇਂ ਬਰਕਰਾਰ ਰੱਖਿਆ ਜਾਊਗਾ, ਵੱਡੀ ਚੀਜ਼ ਹੈ। ਸਭ ਦੀ ਨਜ਼ਰ ਇਸ ਤੇ ਹੋਊਗੀ 26 ਨੂੰ ਇਹ ਟਰੈਕਟਰ ਹੋਣਗੇ, ਲੱਖਾਂ ਦੀ ਗਿਣਤੀ ਦਾਅਵਾ ਕੀਤਾ ਜਾਂਦਾ ਰਿੰਗ ਰੋਡ ਤੇ ਦਿੱਲੀ 'ਚ ਟਰੈਕਟਰ ਹੋਣਗੇ, ਤਾਂ ਅਨੁਸ਼ਾਸਨ ਕਿਵੇਂ ਕਾਇਮ ਕੀਤਾ ਜਾਊ? ਸਾਡਾ ਅਨੁਸ਼ਾਸਨ ਦੇ ਪ੍ਰਤੀ ਇਹ ਹੈ ਕਿ ਅਸੀਂ ਹਜ਼ਾਰਾਂ ਦੀ ਗਿਣਤੀ 'ਚ, ਸੈਂਕੜਿਆਂ ਦੀ ਗਿਣਤੀ 'ਚ ਨਹੀਂ, ਹਜ਼ਾਰਾਂ ਦੀ ਗਿਣਤੀ 'ਚ ਸਾਡੇ ਵਲੰਟੀਅਰ ਹੋਣਗੇ। ਸਾਡਾ ਇੱਕ ਇਹ ਵੀ ਕੋਸ਼ਿਸ਼ ਹੋਏਗੀ ਕਿ ਹਰ ਇੱਕ ਟਰੈਕਟਰ ਦੇ ਉੱਤੇ ਇੱਕ ਵਲੰਟੀਅਰ ਹੋਵੇ, ਇਹ ਵੀ ਸਾਡੇ ਕੋਸ਼ਿਸ਼ ਹੋਏਗੀ। ਸਾਡਾ ਯੂਥ ਨੂੰ ਵੀ ਅਸੀਂ ਜਿਹੜੇ ਮਗਰੋਂ ਆ ਰਹੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਕਿ ਤੁਸੀਂ ਇਕੱਲਾ ਇਹ ਨਾ ਸੋਚੋ ਵੀ ਅਸੀਂ ਟਰੈਕਟਰ ਲੈ ਕੇ ਜਾ ਰਹੇ ਹਾਂ, ਆਓ ਮੋਸਟ ਵੈਲਕਮ, ਲੇਕਿਨ ਇਹ ਸੋਚ ਕੇ ਆਓ ਕਿ ਅਸੀਂ ਵਲੰਟੀਅਰ ਵੀ ਹਾਂ। ਜੇ ਟਰੈਕਟਰ ਤੇ 4 ਨੌਜਵਾਨ ਬੈਠੇ ਨੇ, ਉਹ ਚਾਰੇ ਨੌਜਵਾਨ ਆਪਦੇ ਆਪਣੇ ਇਹ ਮੰਨ ਕੇ ਵੀ ਨਾਲ ਆਉਣ ਕਿ ਅਸੀਂ ਇਹਦੇ ਵਲੰਟੀਅਰ ਵੀ ਹਾਂ ਇਸ ਅੰਦੋਲਨ ਦੇ, ਇਸ ਅੰਦੋਲਨ ਨੂੰ ਸਫਲ ਬਣਾਉਣਾ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤੀ ਅਨਸਰ ਹਰਕਤ ਨਾ ਕਰ ਸਕੇ, ਉਹਨੂੰ ਵੀ ਤੁਸੀਂ ਕੰਟਰੋਲ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਔਰ ਜਦੋਂ ਸਾਰਾ ਇੰਨਾ ਧਿਆਨ ਰੱਖ ਕੇ ਸਾਡੇ ਨੌਜਵਾਨ ਆਉਣਗੇ, ਮੈਨੂੰ ਲੱਗਦਾ ਵੀ ਆਉਣਗੇ, ਇਵੇਂ ਧਿਆਨ ਰੱਖਣਗੇ। ਕਿਉਂਕਿ ਦੇਖੋ ਇੱਥੇ ਜਿਹੜਾ ਕੁਝ ਹੋ ਰਿਹਾ ਹੈ, ਯੂਥ ਬੈਠਾ ਸਾਡਾ, ਯੂਥ ਜਦੋਂ ਵੀ ਕੋਈ ਮਾੜਾ ਜਿਹਾ ਗਲਤ ਆਨਸਰ ਨਜ਼ਰ ਆਉਂਦਾ ਨਾ, ਫੌਰੀ ਤੌਰ ਤੇ ਉਹਨੂੰ ਫੜ ਕੇ ਮਤਲਬ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। ਤਾਂ ਜਿੱਥੇ ਯੂਥ ਇੰਨਾ ਮਤਲਬ ਅਵੇਅਰ ਹੋਵੇ, ਤਾਂ ਮਗਰ ਵੀ ਤਾਂ ਇਹੋ ਜਿਹਾ ਯੂਥ ਬੈਠਾ ਹੈ ਨਾ, ਉਹ ਕਿ ਹੋ ਹੱਲੇ ਵਾਲਾ ਯੂਥ ਤਾਂ ਹੈ ਨਹੀਂਗਾ। ਉਹ ਸਾਰੇ ਦੇ ਸਾਰੇ ਜਿਹੜੇ ਆਉਣਗੇ, ਉਹ ਆਪਦੀ ਜ਼ਮੀਨ ਦੀ ਰਾਖੀ ਲਈ ਆਉਣਗੇ, ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਜਿਉਂਦਿਆਂ ਰੱਖਣ ਲਈ ਆਉਣਗੇ। ਔਰ ਉਹ ਇਹ ਗੱਲ ਨੂੰ ਜ਼ਰੂਰ ਧਿਆਨ 'ਚ ਰੱਖਣਗੇ ਕਿ ਇਹ ਲੜਾਈ ਨੂੰ ਜਿੱਤਣਾ ਹੈ, ਇਹਨੂੰ ਹਾਰਨਾ ਨਹੀਂ, ਔਰ ਇਹ ਲੜਾਈ ਸ਼ਾਂਤਮਈ ਨਾਲ ਜਿੱਤੀ ਜਾਣੀ ਹੈ। ਅਗਰ ਅਸੀਂ ਮਾੜੀ ਜਿਹੀ ਵੀ ਗਲਤੀ ਕਰ ਗਏ, ਉਹ ਸਮਝਦੇ ਆ ਇਸ ਗੱਲ ਨੂੰ, ਸਾਰਾ ਦੇਸ਼ ਸਮਝਦਾ ਹੈ ਕਿ ਅਗਰ ਸਾਡੇ ਕੰਨਿਓ ਮਾੜੀ ਜਿਹੀ ਵੀ ਗਲਤੀ ਕੋਈ ਸਰਕਾਰ ਜਿਹੜੀ ਕਰਾਉਣੀ ਚਾਹੁੰਦੀ ਹੈ, ਮਾੜੀ ਜਿਹੀ ਵੀ ਗਲਤੀ ਹੋ ਗਈ ਤਾਂ ਇਹ ਅੰਦੋਲਨ ਖਿਲਾਰਨਾ ਬਿਖੇਰਨਾ ਸਰਕਾਰ ਲਈ ਸੌਖਾ ਹੋ ਜਾਊਗਾ। ਔਰ ਸਾਨੂੰ ਮੁੜ ਕੇ ਦੁਬਾਰਾ ਜੇ ਅੰਦੋਲਨ ਖੜਾ ਕਰਨਾ ਬੜਾ ਕਠਿਨ ਹੋਏਗਾ। ਅੱਜ ਹੀ ਸਾਨੂੰ ਬਸ ਇੱਥੇ ਜਿਹੜਾ ਮਹਿਲ ਉਸਰਿਆ ਹੈ, ਇਹਨੂੰ ਸੰਭਾਲ ਕੇ ਇਹਦੇ ਤੋਂ ਲਾਹਾ ਲੈਣ ਦੀ ਲੋੜ ਹੈ, ਇਹਦੇ ਤੋਂ ਜਿੱਤ ਕਰਾਉਣ ਦੀ ਲੋੜ ਹੈ। ਸਨ ਲਾਉਣ ਦੀ ਤਿਆਰੀ ਪੂਰੀ ਹੈ ਸਰਕਾਰ ਦੀ, ਕਿਉਂਕਿ ਪਹਿਲਾਂ ਬਿਆਨ ਹੈ ਜੇ ਪਹਿਲਾਂ ਟੈਗ ਦਿੱਤੇ ਗਏ, ਕਈ ਤਰ੍ਹਾਂ ਦੇ ਟੁਕੜਾ ਗੈਂ ਕਿਹਾ ਗਿਆ, ਖਾਲਿਸਤਾਨੀ ਮਾਓਵਾਦੀ ਕਈ ਕੁਝ ਕਿਹਾ ਗਿਆ, ਫਿਰ ਵਿਦੇਸ਼ੀ ਫੰਡਿੰਗ ਦੇ ਸਵਾਲ ਉੱਠੇ, ਲੰਗਰਾਂ ਦੇ ਸਵਾਲ ਉੱਠੇ, ਅੱਤਵਾਦੀਆਂ ਦੇ ਲੰਗਰ ਕਿਹਾ ਗਿਆ। ਹੁਣ NI ਦੇ ਨੈਸ਼ਨਲ ਜੋ ਜਾਂਚ ਏਜੰਸੀ ਆ ਉਹਦੇ ਨੋਟਿਸ ਆ ਰਹੇ ਨੇ, ਖਾਸ ਕਰਕੇ ਉਹਨਾਂ ਨੂੰ ਆਏ ਨੇ ਜੋ ਲੰਗਰਾਂ ਦੀ ਸੇਵਾ ਇੱਥੇ ਕਰਦੇ ਨੇ। ਤਾਂ ਉਹ ਜਿਹੜੀਆਂ ਜਾਂਚ ਏਜੰਸੀਆਂ ਨੂੰ ਨੋਟਿਸ ਆ ਰਹੇ ਨੇ, ਉਹਨਾਂ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਕਿਸੇ ਨੂੰ ਪੇਸ਼ ਹੋਣ ਦੀ ਲੋੜ ਨਹੀਂ ਹੈ, ਪਰ ਜੇਕਰ ਕੋਈ ਕਾਨੂੰਨੀ ਕਾਰਵਾਈ ਸਖਤ ਹੁੰਦੀ ਆ ਉਸ ਤੋਂ ਬਾਅਦ ਤਾਂ ਉਹਦੇ ਫਿਰ ਜ਼ਿੰਮੇਵਾਰੀ? ਦੇਖੋ ਪਹਿਲੀ ਤਾਂ ਗੱਲ ਇਹ ਹੈ ਕਿ ਸਾਡਾ 19 ਤਰੀਕ ਨੂੰ ਮੀਟਿੰਗ ਹੋਣੀ ਹੈ ਸਰਕਾਰ ਨਾਲ। ਅਸੀਂ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਏਜੰਡਾ ਲੈ ਕੇ ਜਾਵਾਂਗੇ ਔਰ ਵਿਸ਼ੇਸ਼ ਇਹ ਤੇ ਜਵਾਬ ਲਵਾਂਗੇ ਸਰਕਾਰ ਤੋਂ, ਪਹਿਲਾਂ ਵੀ ਇਹ ਤੇ ਜਵਾਬ ਦਿਓ ਸਾਨੂੰ। ਕਿਉਂਕਿ ਜਦੋਂ ਅਜਿਹੀਆਂ ਕਾਰਵਾਈਆਂ ਸਰਕਾਰ ਕਰਦੀ ਹੈ ਨਾ, ਜਿਵੇਂ ਤੁਸੀਂ ਪਹਿਲਾਂ ਗੱਲ ਦੱਸਿਆ, ਪਹਿਲਾਂ ਕਦੇ ਅੱਤਵਾਦੀ ਵੀ ਕਿਹਾ, ਕਦੇ ਮਾਓਵਾਦੀ ਵੀ ਕਿਹਾ, ਕਦੇ ਟੁਕੜਾ ਗੈਂਗ ਵੀ ਕਿਹਾ, ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸਰਕਾਰ ਨੇ। ਪਤਾ ਨਹੀਂ ਇਹੋ ਜਿਹੇ ਸ਼ਬਦ ਕਿੱਥੋਂ ਲੈ ਕੇ ਆਉਂਦੀ ਹੈ ਸਰਕਾਰ। ਅੱਜ NIA ਵਰਗੇ ਮਤਲਬ ਲੋਕਾਂ ਨੂੰ ਨੋਟਿਸ ਆਉਣੇ ਸ਼ੁਰੂ ਹੁੰਦੇ ਨੇ। ਮੈਂ ਸਮਝੂੰਗਾ ਇਹ ਇੱਕ ਹਾਰੇ ਹੋਏ ਖਿਡਾਰੀ ਦਾ ਸਬੂਤ ਦੇ ਰਹੀ ਹੈ ਸਰਕਾਰ ਕਿ ਹੁਣ ਜਦੋਂ ਕੋਈ ਗੱਲ ਇਹਨਾਂ ਦੀ ਪੇਸ਼ ਨਾ ਜਾਵੇ, ਉਦੋਂ ਲੜਾਈ ਦੇ, ਉਦੋਂ ਖੇਡ ਦੇ ਸਾਰੇ ਰੂਲ ਅਸੂਲ ਭੁੱਲ ਕੇ ਅਗਲਾ ਮਤਲਬ ਅਸੂਲਾਂ ਤੋਂ ਬਾਹਰ ਜਾ ਕੇ ਵੀ ਕਾਰਵਾਈ ਕਰ ਜਾਂਦਾ ਹੈ। ਇਹ ਉਸ ਤਰ੍ਹਾਂ ਦੀ ਕਾਰਵਾਈ ਸਰਕਾਰ ਕਰ ਰਹੀ ਹੈ ਜਿਹੜੀ ਬਹੁਤ ਨਿੰਦਣਯੋਗ ਹੈ ਔਰ ਬੜੀ ਮਾੜੀ ਘਟਨਾ ਇਹ ਕਾਰਵਾਈ ਹੈ। ਦੇਖੋ ਜਿਹੜੇ ਲੰਗਰ ਲਾ ਰਹੇ ਨੇ, ਜੇ ਤਾਂ ਇਹੀ ਲੰਗਰ ਇਹਨਾਂ ਦੀ ਭੁੱਖਮਰੀ ਦੇ ਦੌਰਾਨ ਲੱਗਦੇ ਨੇ ਤਾਂ ਫਿਰ ਤਾਂ ਦੇਸ਼ ਭਗਤ ਨੇ। ਜੇ ਇਹੀ ਲੰਗਰ ਅੱਜ ਅੰਦੋਲਨ 'ਚ ਲੱਗ ਰਹੇ ਨੇ ਤਾਂ ਇਹਨਾਂ ਨੂੰ NIA ਦੇ ਮਤਲਬ ਨੋਟਿਸ ਆ ਰਹੇ ਨੇ। ਜੇ ਇਹੀ ਰਵੀ ਸਿੰਘ ਵਰਗੇ ਜਾਂ ਹੋਰ ਲੋਕਾਂ ਨੇ ਇਹਨਾਂ ਨੂੰ ਇਹੀ ਲਾਏ ਲੰਗਰ ਜਾ ਕੇ ਕੇਰਲਾ ਦੇ ਵਿੱਚ ਲਾਏ, ਆਪਣਾ ਤਾਮਿਲਨਾਡੂ ਦੇ ਵਿੱਚ ਜਾ ਕੇ ਲੋਕਾਂ ਨੂੰ, ਉੜੀਸਾ ਦੇ ਵਿੱਚ ਜਾ ਕੇ ਮਦਦ ਕੀਤੀ ਔਰ ਉਹਦੀ ਕੋਈ ਉਸ ਵੇਲੇ ਕੋਈ ਪ੍ਰਵਾਹ ਨਹੀਂ ਹੋਈ, ਔਰ ਇੱਥੇ ਆ ਕੇ ਸਾਰਾ ਕੁਝ ਹੋ ਰਿਹਾ ਹੈ ਤਾਂ ਉਹ ਗਲਤ ਹੋ ਰਿਹਾ ਹੈ। ਸੋ ਹੁਣ ਦੇਖਣਾ ਇਹ ਹੈ ਕਿ ਸਰਕਾਰ ਕੀ ਰੁਖ ਅਪਣਾਉਂਦੀ ਹੈ, ਖਾਸ ਕਰਕੇ 26 ਨੂੰ ਲੈ ਕੇ ਜੋ ਤਿਆਰੀ ਕੀਤੀ ਜਾ ਰਹੀ ਹੈ, ਉਹ ਤਿਆਰੀ ਕਿਸ ਤਰੀਕੇ ਨਾਲ, ਕੀ ਰੋਕਾਂ ਲੱਗਦੀਆਂ ਨੇ, ਜਾਂ ਫਿਰ ਸ਼ਾਂਤੀਪੂਰਵਕ ਦਿੱਲੀ ਦੇ ਵਿੱਚ ਟਰੈਕਟਰ ਹੈ ਜਿਹੜਾ ਸ਼ੂਕੇਗਾ ਤੇ ਇੱਕ ਜੋ ਇਤਿਹਾਸ ਆ ਉਹ ਰਚਿਆ ਜਾਵੇਗਾ। ਮੈਂ ਸਰਕਾਰ ਆਪਣੇ ਸਹਿਯੋਗੀ ਜਸਪ੍ਰੀਤ ਦੇ ਨਾਲ ਰੋਜ਼ਾਨਾ ਸਪੋਕਸਮੈਨ ਸਿੰਘੂ ਬਾਰਡਰ ਦਿੱਲੀ।